ਹਾਂ ਸਰ, ਦੇਖਿਆ ਜਾਵੇ ਜਿਹਦੇ ਬਾਹਰ ਦੀ ਜਿਹੜੀਆਂ ਚੋਣਾਂ ਹੁੰਦੀਆਂ ਨੇ, ਚੋਣਾਂ ਨੂੰ ਲੈ ਕੇ ਕੁਝ ਆਰੋਪ ਲੱਗੇ ਨੇ ਤੁਹਾਡੇ ਤੇ ਵੀ, ਜਿਹੜੇ ਵੀ ਇਲੈਕਸ਼ਨ ਹੋਏ ਆ ਬਿਲਕੁਲ ਜੈਲੀ ਹੋਏ ਨੇ, ਵੀ ਪੋਲਿੰਗ ਜਿਹੜੀ ਕੀਤੀ ਹੈ ਬਿਲਕੁਲ ਜੈਲੀ ਹੈ। ਸਰ ਇਲੈਕਸ਼ਨ ਜਿਹੜੀਆਂ ਪ੍ਰੋਪਰ ਤਰੀਕੇ ਨਾਲ ਇੰਸਟਰਕਸ਼ਨਸ ਨੂੰ ਫੋਲੋ ਕਰਦੇ ਹੋ, ਬਾਰ ਕੌਂਸਲ ਦੀ ਇੰਸਟਰਕਸ਼ਨਸ, ਕੋਵਿਡ ਚੱਲ ਰਿਹਾ, ਕੋਵਿਡ ਦੀ ਇੰਸਟਰਕਸ਼ਨ ਨੂੰ ਫੋਲੋ ਕਰਦੇ ਹੋ, ਪ੍ਰੋਪਰ ਤਰੀਕੇ ਨਾਲ ਬਿਲਕੁਲ ਮੇਨਟੇਨ ਸਿਲੈਕਸ਼ਨ ਹੋਈਆਂ। ਤੇ ਇਲੈਕਸ਼ਨ ਦੇ ਵਿੱਚ ਸਭ ਨਾਲੋਂ ਵੱਡੀ ਗੱਲ ਇੱਕ ਇਹ ਸੀਗੀ ਵੀ CCTV ਕੈਮਰੇ ਬਿਲਕੁਲ ਇੰਸਟਾਲ ਨੇ ਬਾਰ ਕੌਂਸਲ ਦੇ ਵਿੱਚ, ਉਹਦੀ ਪ੍ਰੋਪਰ ਰਿਕਾਰਡਿੰਗ ਹੋਈ ਹੈ, ਉਹਦੀ ਲਾਈਵ ਟੈਲੀਕਾਸਟ ਬਾਰ ਦੇ ਵਿੱਚ LED ਲਾ ਕੇ ਲਾਈਵ ਟੈਲੀਕਾਸਟ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਇਲੈਕਸ਼ਨਸ ਦੀਆਂ ਉਹ ਹੋਈਆਂ। ਸਰ ਉਹਦੇ ਤੇ ਆਰੋਪ ਇਹ ਵੀ ਲੱਗਿਆ ਵੀ ਬਿਲਕੁਲ ਜਿਹੜੇ ਵੀ ਕਰੋਨਾ ਮਹਾਮਾਰੀ ਦੇ ਵਿੱਚ ਕੋਈ ਐਡਵੋਕੇਟ ਕਾਫੀ ਕੋਈ ਆ ਨਹੀਂ ਰਿਹਾ, ਕੋਈ ਆਪਣੇ ਘਰਾਂ 'ਚ ਲੋਕ ਲੱਗੇ ਹੋਏ ਆ, ਤਾਲੇ ਲੱਗੇ ਹੋਏ ਆ, ਫਿਰ ਵੀ ਪੋਲਿੰਗ ਵੀ ਅੱਗੇ ਜਿਹੜੀ ਪੋਲਿੰਗ ਹੁੰਦੀ ਹੈ 1600 1500 ਦੇ ਲਗਭਗ ਹੁੰਦੇ, ਇਸ ਵਾਰ ਪੋਲਿੰਗ ਲੋਕਡਾਊਨ ਦੇ ਵਿੱਚ ਕਿੱਦਾਂ ਸਾਡੇ ਕਾਫੀ ਟਾਈਮ ਤੋਂ ਕੋਵਿਡ ਨੂੰ ਲੈ ਕੇ ਜਿਹੜੀਆਂ ਕੋਰਟਸ ਬੰਦ ਸੀ, ਇਲੈਕਸ਼ਨ ਦਾ ਇੱਕ ਹੀ ਮੁੱਦਾ ਸੀ ਵੀ ਇਹ ਕੋਰਟ ਨੂੰ ਦੁਬਾਰਾ ਜਿਹੜਾ ਹੈ ਵਰਕ, ਸਾਰੇ ਵਕੀਲਾਂ ਦਾ ਇੱਕੋ ਹੀ ਮੁੱਦਾ ਸੀ ਵੀ ਵਰਕ ਦੁਬਾਰਾ ਰੀਸਟੇਨ ਕੀਤਾ ਜਾਵੇ, ਕੋਰਟਾਂ ਖੋਲੀਆਂ ਜਾਣ। ਉਹਨਾਂ ਨੂੰ ਲੈ ਕੇ ਇਲੈਕਸ਼ਨ ਦੇ ਮੁੱਦੇ ਨੂੰ ਇੱਕ ਮੱਦੇ ਨਜ਼ਰ ਰੱਖਦੇ ਹੋ ਸਾਰੇ ਵਕੀਲ ਭਰਾਵਾਂ ਨੇ ਇਕਜੁੱਟ ਹੋ ਕੇ ਆਪਣੇ ਮਤ ਦਾ ਪ੍ਰਯੋਗ ਕੀਤਾ ਤੇ ਆ ਕੇ ਹਰ ਕਿਸੇ ਨੇ ਵੋਟ ਪਾਈ ਹੈ। ਤੇ ਜਿਹੜਾ ਵੀ ਵੋਟ ਪਾਣ ਆਇਆ ਉਹਦਾ ਪ੍ਰੋਪਰ ਤਰੀਕੇ ਨਾਲ ID ਕਾਰਡ ਚੈੱਕ ਕੀਤੇ ਗਏ ਹੈ, ਪ੍ਰੋਪਰ ਤਰੀਕੇ ਨਾਲ ਉਹਦਾ ID ਕਾਰਡ ਚੈੱਕ ਕਰਕੇ ਫਿਰ ਵੋਟ ਪਾਈ ਗਈ ਹੈ। ਸਾਰੇ ਵਕੀਲ ਭਰਾ ਭੈਣ ਜਿੰਨੇ ਵੀ ਸਾਰਿਆਂ ਨੇ ਆਪ ਆ ਕੇ ਵੋਟ ਪਾਈ ਹੈ ਤੇ ਉਹਦੀਆਂ ਰਿਕਾਰਡਿੰਗਸ ਸਾਰੀਆਂ CCTV ਕੈਮਰੇ ਦੇ ਵਿੱਚ ਰਿਕਾਰਡ ਨੇ ਤੇ ਉਹਦਾ ਲਾਈਵ ਟੈਲੀਕਾਸਟ ਚੱਲਿਆ। ਲਾਈਵ ਟੈਲੀਕਾਸਟ ਦੇ ਵਿੱਚ ਸਾਰਿਆਂ ਨੇ ਪ੍ਰੋਪਰ ਤਰੀਕੇ ਨਾਲ ਵੋਟ ਕਾਸਟ ਕੀਤੀ। ਸਰ ਕਹਿੰਦੇ ਰਿਕਾਰਡ ਮੰਗਣ ਤੇ ਰਿਕਾਰਡ ਵੀ ਨਹੀਂ ਦਿੱਤਾ ਗਿਆ। ਸਰ ਰਿਕਾਰਡ ਜਿਹੜਾ ਆ ਉਹ ਅਸੀਂ ਹਰ ਇੱਕ ਪ੍ਰੋਪਰ ਬੰਦੇ ਨੂੰ ਨਹੀਂ ਦੇ ਸਕਦੇ, ਕੋਈ ਜਿਹੜੀ ਹਾਇਰ ਅਥਾਰਟੀਜ਼ ਹੁੰਦੀਆਂ ਔਰ ਰਿਕਾਰਡ ਇੱਕ RO ਤੇ ਚੇਅਰਮੈਨ ਜੋ ਵੀ ਇਲੈਕਸ਼ਨ ਕਮੇਟੀ ਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਰਿਕਾਰਡ ਦੀ। ਤੇ ਉਹ ਜੇ ਸਾਨੂੰ ਕੋਈ ਹਾਇਰ ਅਥਾਰਟੀ ਜਿਨ੍ਹਾਂ ਕੋਲ ਕੋਈ ਵੀ ਪਾਵਰ ਹੋਵੇ ਬਾਰ ਕੌਂਸਲ ਕੋਲ ਜਾਂ ਕਿਤੇ ਹੋਰ, ਤੇ ਉਹ ਮੰਗਣਗੇ ਤਾਂ ਸਾਰਾ ਅਸੀਂ ਉੱਥੇ ਰਿਕਾਰਡ ਪ੍ਰੋਵਾਈਡ ਕਰਾਂਗੇ। ਅਸੀਂ ਉਦਾਂ ਇਹ ਰਿਕਾਰਡ ਅਸੀਂ ਡੱਬਿਆਂ ਦੇ ਵਿੱਚ ਜੰਦਰਾ ਮਾਰ ਸੀਲ ਇੱਕ ਇਹਦੇ ਨਾਲ ਇਸ਼ੂ ਉਹਨਾਂ ਨੇ ਇਹ ਵੀ ਕੀਤਾ ਵੀ ਅੱਜ ਤੱਕ ਚੋਣਾਂ ਦੇ ਵਿੱਚ ਜਿੰਨੇ ਵੀ ਚੇਅਰਮੈਨੀ ਦਾ ਕੋਈ ਪਦ ਨਹੀਂ ਹੈਗਾ, ਵੀ ਫਿਰ ਵੀ ਚੇਅਰਮੈਨੀ ਚੁਣੀ ਗਈ ਹੈ। ਤੇ ਸਰ ਇਹ ਬਾਰ ਕੌਂਸਲ ਦੇ ਵਿੱਚ ਇੱਕ ਅਧਿਕਾਰ ਹੈ ਜੀ, ਉਹ ਸਾਡੀ ਬੋਡੀ ਨੇ ਪੂਰੀ ਪ੍ਰੋਪਰ ਤਰੀਕੇ ਨਾਲ ਉਹਨਾਂ ਨੇ ਇਲੈਕਸ਼ਨ ਕਮੇਟੀ ਬਣਾਈਆਂ, ਉਹਨਾਂ ਨੇ ਅਬਜ਼ਰਵਰ ਲਾਏ ਕਿ ਕੋਵਿਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਬਾਰ ਨੂੰ ਇੰਨੀ ਦੇਰ ਬਾਅਦ ਇਲੈਕਸ਼ਨ ਕੋਵਿਡ ਕਰਕੇ ਹੋਣੇ ਸੀਗੇ ਤੇ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਕਰਾਉਣ ਵਾਸਤੇ ਇੱਕ ਬੋਡੀ ਬਣਾਈ ਸੀ ਜਿਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਉਹਨਾਂ ਨੇ ਮੇਨਟੇਨ ਕੀਤਾ। ਅਬਜ਼ਰਵਰ ਨੇ ਆਪਣੀ ਰਿਪੋਰਟ ਬਣਾਈ, ਇਲੈਕਸ਼ਨ ਡਿਕਲੇਅਰ ਹੋਏ, ਰਿਜ਼ਲਟ ਡਿਕਲੇਅਰ ਹੋਏ, ਉਹਦੇ ਵਿੱਚ ਇਹ ਸਾਈਨ ਕਰਕੇ ਗਏ ਜਿੰਨੇ ਕੈਂਡੀਡੇਟ ਆਰੋਪ ਲਾ ਰਹੇ ਨੇ, ਉਹ ਇਲੈਕਸ਼ਨ ਨੂੰ ਆਪਣੀ ਕਾਊਂਟਿੰਗ ਕਰਾਉਣ ਤੋਂ ਬਾਅਦ ਸਿਗਨੇਚਰ ਕਰਕੇ, ਸਾਡੇ ਕੋਲ ਪ੍ਰੋਪਰ ਉਹਨਾਂ ਦਾ ਰਿਕਾਰਡ ਹੈ, ਸਿਗਨੇਚਰ ਕਰਕੇ ਆਪਣੀ ਐਕਸੈਪਟ ਕਰਕੇ ਰਿਜ਼ਲਟ ਨੂੰ ਫਿਰ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਕੀਤੀਆਂ। ਦੇ ਵਰ ਸੈਟੀਸਫਾਈਡ ਐਟ ਦੈਟ ਟਾਈਮ। ਫਿਰ ਅੱਜ ਉਹ ਇਦਾਂ ਦੇ ਐਲੀਗੇਸ਼ਨ ਕਿਉਂ ਲਗਾ ਰਹੇ? ਇਹ ਜਿਹੜਾ ਹੈਗਾ ਹਰ ਵਾਰੀ ਇਲੈਕਸ਼ਨ ਲੜਦਾ, 2 ਵਾਰੀ ਪਹਿਲਾਂ ਜੁਆਇੰਟ ਸੈਕਟਰੀ ਦੇ ਨੇ ਲੜੀ, ਦੋਨੋਂ ਵਾਰੀ ਹਾਰ ਗਿਆ ਫਾਈਨੈਂਸ ਸੈਕਟਰੀ ਦੇ। ਕੀ ਨਾਮ ਕੀ ਉਹਨਾਂ ਦਾ? ਸੁਖਵਿੰਦਰ ਸਿੰਘ ਭਾਟੀਆ। ਅੱਛਾ। ਇਸ ਤੋਂ ਪਹਿਲਾਂ ਵੀ ਲਾਸਟ ਟਾਈਮ ਵੀ ਇਹਨੇ ਇਲੈਕਸ਼ਨ ਲੜੀ ਸੈਕਟਰੀ ਦੀ, ਹਾਰ ਗਿਆ। ਹੁਣ ਫਿਰ ਇਹਨੇ ਇਲੈਕਸ਼ਨ ਲੜੀ, ਇਹ ਹਾਰ ਗਿਆ। ਇਫ ਹੀ ਵਾਸ ਨਾਟ ਸੈਟੀਸਫਾਈਡ ਐਟ ਦ ਟਾਈਮ ਆਫ ਕਾਊਂਟਿੰਗ, he can raise the objection, he can move the application. He is basically advocate, he is not uneducated person. ਉਹ ਕਹਿੰਦਾ ਜੀ ਠੀਕ ਹੈ ਜੀ। ਮੋਰਓਵਰ ਜੇਕਰ ਇਹਨਾਂ ਨੂੰ ਕੋਈ ਚੀਫ ਦੇ ਉੱਤੇ ਇਹਨਾਂ ਨੂੰ ਕੋਈ ਪ੍ਰੋਬਲਮ ਸੀ, he can move the application to the bar council ਕਿ ਜੀ there is no such provision, meaning thereby that he was satisfied with that at the time of polling. ਇਹਨਾਂ ਦਾ representative, ਹਰ ਕੈਂਡੀਡੇਟ ਦਾ representative, they were present at that time. ਜਿਹੜੇ ਪੋਲਿੰਗ ਬੂਥ ਸੀ ਉਹਨਾਂ ਦੇ ਉੱਤੇ ਵੀ ARO ਇੱਕ ਬੈਠੇ ਸੀਗੇ। ਜੇਕਰ ਕੋਈ ਵੀ ਉੱਥੇ ਹੈਂਕੀ ਪੈਂਕੀ ਹੁੰਦੀ ਤੇ ਐਟ ਦਾ ਟਾਈਮ ਆ ਜਦੋਂ ਹੁੰਦੇ ਹੀ ਕੈਨ ਰੇਜ਼ ਦਾ ਆਬਜੈਕਸ਼ਨ, ਕੋਈ ਮੂਵ ਕਰਨਾ, ਹੀ ਹੈਜ਼ ਨਾਟ ਰੇਜ਼ ਦਾ ਆਬਜੈਕਸ਼ਨ। ਉਸ ਟਾਈਮ CCTV ਦੇ ਵਿੱਚ ਸੀ ਜੀ, ਲਾਈਵ ਵਿੱਚ ਆ ਰਿਹਾ ਸੀ, ਲਾਈਵ ਆ ਰਿਹਾ ਸੀਗਾ, ਲਾਈਵ ਟੈਲੀਕਾਸਟ। ਇੱਕ LED ਬਾਹਰ ਲੱਗੀ ਸੀ, ਇੱਕ LED ਸੈਕੰਡ ਟਾਈਮ ਤੇ ਲੱਗੀ ਹੋਈ ਸੀ, ਲਾਈਵ ਟੈਲੀਕਾਸਟ ਹੋ ਰਿਹਾ ਸੀ। ਈਵਨ ਐਟ ਦਾ ਟਾਈਮ ਆਫ ਕਾਊਂਟਿੰਗ ਸਾਰਾ CCTV ਕੈਮਰਾ ਦੇ ਉੱਤੇ ਅਸੀਂ ਦਿਖਾਇਆ, ਇਹ ਦੇਖੋ ਇਹ ਸਾਰੇ ਕਾਊਂਟਿੰਗ ਵੀ ਈਵਨ ਵੀ ਪ੍ਰੋਪਰ ਤਰੀਕੇ ਨਾਲ ਰਿਕਾਰਡਿੰਗ ਕੀਤੀ ਗਈ ਹੈ ਤੇ ਲਾਈਵ ਹੋਈ ਹੈ ਜਿਹੜੀ ਕਾਊਂਟਿੰਗ। ਸਰ ਇੱਕ ਉਹਨਾਂ ਨੇ ਮੰਗ ਇਹ ਕੀਤੀ ਵੀ ਇਹ ਜਿਹੜੇ ਚੋਣ ਹੈ ਵੀ ਚੋਣਾਂ ਅਸੀਂ ਦੁਬਾਰਾ ਕਰਵਾਉਣੀਆਂ ਚਾਹੁੰਦੇ, ਉਹਨਾਂ ਨੇ ਕੇਸ ਕੀਤਾ ਕੋਰਟ ਦੇ ਵਿੱਚ। ਸਰ ਬਾਰ ਕੌਂਸਲ ਇੱਕ ਸਾਡੀ ਸਪੋਰਟਿੰਗ ਬੋਡੀ ਹੈ ਸਰ, ਉੱਥੇ ਉਹ ਅਪੀਲ ਕਰ ਸਕਦੇ ਆ, ਉਹ ਉਹਨਾਂ ਦਾ ਅਪੀਲ ਇੱਕ ਉਹਨਾਂ ਦਾ ਰਾਈਟ ਹੈ ਜੀ, ਹਰ ਕਿਸੇ ਦਾ ਰਾਈਟ ਹੈ ਇੱਥੇ ਪ੍ਰੋਪਾਗੈਂਡਾ ਦੇ ਵਿੱਚ। ਇਕੱਲੇ ਹੀ ਹੈ ਜਾਂ ਹੋਰ ਵੀ ਉਹਨਾਂ ਦੇ ਨਾਲ ਹੈਗੇ ਕੁਝ ਸਹਿਬਾਨ? ਸਰ ਸਾਨੂੰ ਹਜੇ ਇਸ ਬਾਰੇ ਕੋਈ ਇਨਫੋਰਮੇਸ਼ਨ ਨਾ ਕੋਈ ਸਾਹਮਣੇ ਆਇਆ ਤੇ ਨਾ ਸਾਨੂੰ ਕੋਈ ਇਨਫੋਰਮੇਸ਼ਨ ਆਈ ਹੈ ਵੀ ਉਹਨਾਂ ਨੇ ਕੀਤਾ ਹੈ ਕਿ ਨਹੀਂ ਕੀਤਾ। ਇਹ ਸਰ ਇੱਕ ਉਹਨਾਂ ਦਾ ਆਪਣਾ ਉਹਨਾਂ ਦਾ ਅਧਿਕਾਰ ਹੈ, ਮੋਰਲ ਅਧਿਕਾਰ ਹੈ ਵੀ ਉੱਥੇ ਅਪੀਲ ਉਹ ਕਰ ਸਕਦੇ। 6 ਤਰੀਕ ਇਲੈਕਸ਼ਨ ਹੋਈ। ਓਕੇ 2 ਦਸੰਬਰ ਨੂੰ ਕਹਿੰਦੇ ਵੀ ਜਿਹੜੀ ਕੋਰਟ ਦੇ ਵਿੱਚ ਤਰੀਕ ਪਈ ਹੈ ਹਰਿਆਣੇ ਦੇ ਵਿੱਚ, ਉਹ ਤੁਸੀਂ ਜਾਓਗੇ? ਸਰ ਹਜੇ ਸਾਨੂੰ ਕੋਈ ਵੀ ਸਮਨ ਨਹੀਂ ਆਏ, ਨਾ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਆਈ ਹੈ
ਤੇ ਸਾਨੂੰ ਇਹ ਪਤਾ ਵੀ ਨਹੀਂ ਵੀ ਉਹਨਾਂ ਨੇ ਲਾਈ ਹੈ ਕਿ ਨਹੀਂ ਲਾਈ। ਜਦੋਂ ਸਾਨੂੰ ਕੋਈ ਸੰਮਣ ਆਣਗੇ ਤਾਂ ਅਸੀਂ ਜ਼ਰੂਰ ਸਰ ਪੇਸ਼ ਪ੍ਰੋਪਰ ਬਾਡੀ ਹੈ, Proper ਜੇਕਰ body ਹੈ ਉਹਨਾਂ ਸਾਡੀ ਦਾ ਸਰ। ਰਾਈਟ ਬੰਦਾ ਦੇ ਕੈਨ ਮੂਵ ਦਾ ਅਪੀਲ ਓਵਰ देयर। ਹੋ ਗਏ ਹਾਂਜੀ, ਜੇਕਰ ਇਹ ਸਾਡੀ ਬਾਰ ਦੇ ਵਿੱਚ ਹੋਈਆਂ ਚੋਣਾਂ 6/11/2020 ਨੂੰ ਵਿੱਚ ਹੋਈ ਧਾਂਦਲੀ ਔਰ ਆਪਸ ਵਿੱਚ ਬੰਦਿਆਂ ਦੀ ਮਿਲੀ ਭਗਤ ਕਰਕੇ ਆਪਣੇ ਚਹੀਤੇ ਨੁਮਾਇੰਦਿਆਂ ਨੂੰ ਬਣਾਉਣ ਦੀ ਖਾਤਰ ਜਾਲੀ ਵੋਟਾਂ ਪਾ ਕੇ, ਬੋਗਸ ਵੋਟਾਂ ਪਾ ਕੇ ਉਹਨਾਂ ਨੂੰ ਕੁਰਸੀ ਤੇ ਬਿਠਾਉਣ ਦੀ ਨੀਅਤ ਨਾਲ ਇਹ ਇਲੈਕਸ਼ਨ ਕਰਾਈ ਗਈ ਹੈ। ਇਸ ਇਲੈਕਸ਼ਨ ਨੂੰ ਕਰਾਉਣ ਲਈ ਜਿਹੜੇ ਬਾਰ ਕੌਂਸਲ ਦੇ ਰੂਲ 2015 ਦੇ ਸਾਡੇ ਰੂਲ ਨੇ, ਉਹਨਾਂ ਦੀ ਸ਼ਰੇਆਮ ਇਹਨਾਂ ਨੇ ਧੱਜੀਆਂ ਉਡਾਈਆਂ ਨੇ। ਕੋਈ ਵੀ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਨਹੀਂ ਕੀਤਾ ਇਹਨਾਂ ਨੇ। ਜੋ ਸਾਨੂੰ ਬਾਰ ਕੌਂਸਲ ਨੇ ਰੂਲ ਐਂਡ ਰੈਗੂਲੇਸ਼ਨ ਦਿੱਤੇ ਨੇ, ਉਹਨਾਂ ਦੀ ਇਹਨਾਂ ਨੇ ਕੋਈ ਵੀ ਪਾਲਣਾ ਨਹੀਂ ਕੀਤੀ। ਇਹ ਜਿਹੜੀ ਇਲੈਕਸ਼ਨ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਮੈਨੂਪੂਲੇਸ਼ਨ ਦੇ ਤਰੀਕੇ ਨਾਲ ਤਿਆਰ ਕੀਤੀ ਗਈ ਸੀ, ਜਿਹਦੇ ਵਿੱਚ ਉਹਨਾਂ ਨੇ ਆਪਣੇ ਨੁਮਾਇੰਦੇ ਪਹਿਲਾਂ ਹੀ ਡਿਸਾਈਡ ਕੀਤੇ ਹੋਏ ਸੀ। ਔਰ ਇਸ ਵਿੱਚ ਸਾਡੇ ਸ਼੍ਰੀ ਹਰੀਸ਼ ਰਾਏ ਟਾਂਡਾ ਜੀ, ਜੋ ਕਿ ਬਾਰ ਕੌਂਸਲ ਦੇ ਮੈਂਬਰ ਨੇ, ਉਹਨਾਂ ਨੇ ਐਕਟਿਵ ਰੋਲ ਪਲੇ ਕੀਤਾ। ਇਹ ਜਿਹੜੀ ਕਮੇਟੀ ਬਾਰ ਕੌਂਸਲ ਵੱਲੋਂ ਅਪੁਆਇੰਟ ਕੀਤੀ ਗਏ, ਅਬਜ਼ਰਵਰ ਅਪੁਆਇੰਟ ਕੀਤੇ ਗਏ, ਇਹ ਸਾਰੇ ਉਹਨਾਂ ਦੇ ਕਹਿਣ ਮੁਤਾਬਕ ਅਪੁਆਇੰਟ ਕੀਤੇ ਗਏ ਆ। ਜਿਹੜੇ ਬਾਰ ਕੌਂਸਲ ਦਾ ਵੱਲੋਂ ਸਾਡੀ ਇਲੈਕਸ਼ਨ ਨੂੰ ਕਰਾਉਣ ਲਈ ਚੇਅਰਮੈਨ ਕਮੇਟੀ ਬਣਾਇਆ ਗਿਆ ਹੈ, ਉਹਦਾ ਕੋਈ ਵੀ ਸਾਡੀ ਐਸੋਸੀਏਸ਼ਨ ਦੇ ਵਿੱਚ ਜਾਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਕੋਈ ਵੀ ਉਹਦੀ ਪੋਸਟ ਨਹੀਂ ਹੈਗੀ। ਜਦ ਕਿ ਸਾਡੀ ਇਲੈਕਸ਼ਨ ਕਮੇਟੀ ਬਣਾਉਣ ਵਾਸਤੇ ਇੱਕ ਆਰਓ ਹੁੰਦਾ, ਉਹਦੇ ਨਾਲ ਸਬਸਟੀਟਿਊਟ ਏਆਰਓ ਹੁੰਦੇ ਆ ਤੇ ਇਲੈਕਸ਼ਨ ਟੀਮ ਹੁੰਦੀ ਹੈ। ਇਹ ਜਿਹੜੀ ਚੇਅਰਮੈਨ ਦੀ ਪੋਸਟ ਹੈ, ਅਸੰਵਿਧਾਨਿਕ ਜਿਹੜੀ ਹੈ ਕ੍ਰੀਏਟ ਕੀਤੀ ਗਈ ਹੈ ਔਰ ਆਪਣੇ ਨੁਮਾਇੰਦਿਆਂ ਨੂੰ ਫਾਇਦਾ ਪਹੁੰਚਾਉਣ ਲਈ ਔਰ ਆਪਣੀ ਸੱਤਾ ਜਮਾਉਣ ਲਈ ਇਹ ਕੀਤੀ ਗਈ ਹੈ। ਅਸੀਂ ਇਹਦੀ ਪੂਰੀ ਜ਼ੋਰ ਨਾਲ ਨਖੇਦੀ ਕਰਦੇ ਹਾਂ ਔਰ ਅਸੀਂ ਇਲੈਕਸ਼ਨ ਦੇ ਦਰਮਿਆਨ ਇਹਦੀ ਕੰਪਲੇਂਟ ਜਾਲੀ ਬੋਗਸ ਉਹਦੀ ਵੋਟਾਂ ਦੇ ਲਈ ਆਰਓ ਨੂੰ ਤੇ ਇਹ ਆਪਣਾ ਚੇਅਰਮੈਨ ਨੂੰ ਇਸ ਬਾਰੇ ਦੱਸਿਆ, ਪਰ ਉਹਨਾਂ ਨੇ ਸਾਡੀ ਕੋਈ ਵੀ ਨਹੀਂ ਸੁਣੀ। ਈਵਨ ਕਿ ਜਿਹੜੇ ਬਾਰ ਕੌਂਸਲ ਵੱਲੋਂ ਅਬਜ਼ਰਵਰ ਅਪੁਆਇੰਟ ਕੀਤੇ ਗਏ ਸੀ, ਜਿਨ੍ਹਾਂ ਨੇ ਪੂਰੀ ਇਲੈਕਸ਼ਨ ਨੂੰ ਅਬਜ਼ਰਵ ਕਰਨਾ ਸੀਗਾ, ਉਹ ਅਬਜ਼ਰਵ ਕਰਨ ਦੀ ਬਜਾਏ ਪੂਰੀ ਡਿਕਟੇਟਰਸ਼ਿਪ ਨਾਲ ਉਹਨਾਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦੇ ਹੋਏ ਨਜਾਇਜ਼ ਤਰੀਕੇ ਨੇ ਆਪਣੇ ਪੋਲਿੰਗ ਬੂਥਾਂ ਦੇ ਉੱਤੇ ਬੈਠੇ ਹੋਏ ਆਪਣੇ ਬਾਰ ਮੈਂਬਰ ਜਿਹੜੇ ਕਿ ਇਲੈਕਸ਼ਨ ਕਮੇਟੀ ਦੇ ਮੈਂਬਰ ਸੀਗੇ, ਉਹਨਾਂ ਵੱਲੋਂ ਜਾਲੀ ਬੋਗਸ ਵੋਟਾਂ ਲੋਕਾਂ ਨੂੰ ਦੇ ਕੇ 10-10 15-15 ਵੋਟਾਂ ਜਾਲੀ ਦੇ ਕੇ ਉਹ ਬੈਲਟ ਬਾਕਸਾਂ ਦੇ ਵਿੱਚ ਪੋਲ ਕਰਾਈਆਂ। ਇੱਥੇ ਇਹ ਵੀ ਦੱਸਣਾ ਚਾਹੁੰਦਾ ਮੈਂ ਵੀ ਜਿਹੜੀ ਇਲੈਕਸ਼ਨ ਕਮੇਟੀ ਨੇ ਇਹ ਪ੍ਰੋਸੀਜਰ ਅਡਾਪਟ ਕੀਤਾ ਵੋਟ ਪਾਉਣ ਦਾ, ਉਹ ਪਰਦੇ ਦੇ ਪਿੱਛੇ ਇਹਨਾਂ ਨੇ ਰੱਖਿਆ ਸੀਗਾ ਤਾਂ ਕਿ ਇਹਨਾਂ ਨੂੰ ਵੋਟਾਂ ਪਾਉਣ ਦੇ ਵਿੱਚ ਕੋਈ ਵੀ ਮੁਸ਼ਕਲ ਨਾ ਹੋਵੇ। ਇਸ ਲਈ ਇਹਨਾਂ ਨੇ ਉਹ ਧਾਂਦਲੀ ਕਰਨੀ ਸੀ ਉਹਦੇ ਵਿੱਚ ਇਲੈਕਸ਼ਨ ਦੇ ਵਿੱਚ, ਤੇ ਤਾਂ ਕਰਕੇ ਜਿਹੜਾ ਇਹਨਾਂ ਨੇ ਬੈਲਟ ਬਾਕਸ ਜੀਗੇ ਜਿਹੜੇ ਪਰਦੇ ਦੇ ਪਿੱਛੇ ਰੱਖੇ ਸੀਗੇ। ਜਦੋਂ ਇਹ ਇਲੈਕਸ਼ਨ ਦਾ ਰਿਜ਼ਲਟ ਡਿਕਲੇਅਰ ਕੀਤਾ, ਇਹਦੇ ਵਿੱਚ ਇਹਨਾਂ ਨੇ 2378 ਵੋਟਾਂ ਜਿਹੜੀਆਂ ਪੋਲ ਹੋਣੀਆਂ ਦੱਸੀਆਂ। ਮੈਂ ਇਹ ਦੱਸਣਾ ਚਾਹੁੰਦਾ ਵੀ 80% ਸਾਡੀ ਜਿਹੜੀ ਕਚਹਿਰੀ ਦੇ ਐਡਵੋਕੇਟਸ ਦੇ ਚੈਂਬਰ ਨੇ ਉਹ ਲੋਕ ਨੇ ਅੱਜ ਵੀ, ਔਰ 80% ਐਡਵੋਕੇਟਸ ਜੋ ਕਿ ਕਰੋਨਾ ਦੀ ਮਹਾਮਾਰੀ ਕਰਕੇ ਅਦਾਲਤ ਵਿੱਚ ਨਹੀਂ ਆ ਰਹੇ ਤੇ ਅਦਾਲਤਾਂ ਵੀ ਸਾਡੀਆਂ ਰੈਗੂਲਰ ਨਹੀਂ ਚੱਲ ਰਹੀਆਂ। ਇਹ ਜਿਹੜੀਆਂ 2378 ਵੋਟਾਂ ਇਹਨਾਂ ਨੇ ਦਿਖਾਈਆਂ, ਇਹ ਬੋਗਸ ਵੋਟਾਂ ਪੋਲ ਕਰਾਈਆਂ ਨੇ, ਜਦ ਕਿ ਅਸਲ ਦੇ ਵਿੱਚ ਜਿਹੜੀਆਂ ਇਹ ਵੋਟਾਂ ਪੋਲ ਹੋਈਆਂ ਨੇ ਉਹ ਸਾਰੀਆਂ ਵੋਟਾਂ ਜਿਹੜੀਆਂ ਨੇ 1400 ਤੋਂ 1500 ਦੇ ਵਿੱਚ ਪੋਲ ਹੋਈਆਂ ਨੇ। ਇਹਨਾਂ ਨੇ ਜਿਹੜੀ ਇਹ ਜਾਲੀ VOTING ਕਰਕੇ ਇਹ ਸਿਰਫ ਇਸ ਲਈ ਕੀਤੀ ਹੈ ਵੀ ਆਪਣੀ ਧਾਂਤ ਜਮਾਈ ਜਾਵੇ, ਆਪਣੀ ਧਾਂਤ ਜਮਾ ਕੇ ਇਸ ਬਾਰ ਦੇ ਸੱਤਾ ਦੇ ਉੱਤੇ ਆਪਾਂ ਕਾਬਜ ਹੋ ਸਕੀਏ। ਇਹ ਸਿਰਫ ਇੱਕ ਵੱਡੀ ਪਲਾਨਿੰਗ ਦਾ ਇੱਕ ਹਿੱਸਾ ਹੈਗਾ। ਕੁਝ ਬੰਦੇ ਆਪਣੀ ਇਸ ਬਾਰ ਦੇ ਉੱਤੇ ਸੱਤਾ ਜਮਾਉਣ ਲਈ ਉਹਨਾਂ ਨੇ ਇਹ ਪ੍ਰੋਸੀਜਰ ਅਡਾਪਟ ਕੀਤਾ। ਜਦੋਂ ਮੈਂ ਇਹਨਾਂ ਤੋਂ ਇਹ ਕੀਤੀ ਹੋਈ ਧਾਂਦਲੀ ਦਾ ਬਾਰ ਦੇ ਵਿੱਚੋਂ ਰਿਕਾਰਡ ਮੰਗਿਆ ਆਰਓ ਤੋਂ ਤੇ ਚੇਅਰਮੈਨ ਤੋਂ 10/11/2020 ਨੂੰ ਮੈਂ ਇੱਕ ਐਪਲੀਕੇਸ਼ਨ ਮੂਵ ਕੀਤੀ ਆਰਓ ਨੂੰ ਵੀ ਤਾਂ ਕਿ ਸਾਨੂੰ ਇਹ ਜਿਹੜਾ ਰਿਕਾਰਡ ਹੈ ਬਾਰ ਦਾ ਰਿਕਾਰਡ ਸਾਨੂੰ ਵੋਟਾਂ ਦਾ ਦਿੱਤਾ ਜਾਵੇ। ਉਹਨੇ ਸਾਨੂੰ ਰਿਕਾਰਡ ਨਹੀਂ ਵੀ ਕੋਈ ਪ੍ਰੋਵਾਈਡ ਕਰਵਾਇਆ। ਅਸੀਂ ਉਹਨਾਂ ਨੂੰ ਬਾਰ-ਬਾਰ ਮਿੰਨਤਾਂ ਕੀਤੀਆਂ ਵੀ ਸਾਨੂੰ ਇਸ ਬਾਰੇ ਦੱਸਿਆ ਜਾਵੇ ਵੀ ਕਿਹੜੇ-ਕਿਹੜੇ ਕੈਂਡੀਡੇਟ ਨੂੰ ਕਿੰਨੀ ਵੋਟ ਕਾਸਟ ਹੋਈ ਹੈ, ਟੋਟਲ ਵੋਟ ਕਿੰਨੀ ਕਾਸਟ ਹੋਈ ਹੈ, ਕਿੰਨੀਆਂ ਵੋਟਾਂ ਤੁਸੀਂ ਅਲਾਉ ਕੀਤੀਆਂ ਨੇ ਐਪਲੀਕੇਸ਼ਨ ਦੇ ਬੇਸ ਦੇ ਉੱਤੇ, ਔਰ ਕਿਹੜੇ-ਕਿਹੜੇ ਵੋਟਰ ਨੂੰ ਤੁਸੀਂ ਅਲਾਉ ਕੀਤਾ, ਔਰ ਕੀ ਇਹ ਬਾਰ ਕੌਂਸਲ ਦੇ ਰੂਲ ਦੇ ਮੁਤਾਬਕ ਜੋ ਕਿ ਸਾਡੀ ਬਾਰ ਕੌਂਸਲ ਨੇ ਇਹ ਰੂਲ ਬਣਾਇਆ ਹੋਇਆ ਵੀ ਵੋਟ ਕਾਸਟ ਕਰਨ ਤੋਂ ਪਹਿਲਾਂ 31 ਮਾਰਚ ਤੱਕ ਸਾਰੇ ਐਡਵੋਕੇਟਸ ਤੋਂ ਇੱਕ ਇਨ ਦੀ ਸ਼ੇਪ ਆਫ ਐਫੀਡੇਵਿਟ ਔਰ ਡੈਕਲੇਰੇਸ਼ਨ ਲੈਣੀ ਹੈ ਕਿ ਤਾਂ ਕਿ ਉਸਨੇ ਵੋਟ ਜਿਹੜੀ ਹੈ ਇਸੇ ਬਾਰ 'ਚ ਕਾਸਟ ਕਰਨੀ ਹੈ ਔਰ ਉਹ ਕੋਈ ਵੀ ਹੋਰ ਨੌਕਰੀ ਜਾਂ ਕੋਈ ਬਿਜ਼ਨਸ ਵਗੈਰਾ ਨਹੀਂ ਕਰਦਾ। ਇਸ ਉਲੰਘਣਾ ਕੀਤੀ ਗਈ ਹੈ, ਇਸ ਬਾਰ ਕੌਂਸਲ ਦੇ ਰੂਲ ਦੀ ਉਲੰਘਣਾ ਕੀਤੀ ਗਈ ਹੈ
ਵੀ ਆਰਓ ਨੇ ਨਾ ਹੀ ਪੁਰਾਣੀ ਐਗਜ਼ੈਕਟਿਵ ਕਮੇਟੀ ਨੇ ਨਾ ਚੇਅਰਮੈਨ ਨੇ ਜਿਹੜਾ ਨਿਯੁਕਤ ਕੀਤਾ ਹੋਇਆ ਸੀਗਾ ਵੀ ਕਿਸੇ ਵੀ ਐਡਵੋਕੇਟ ਤੋਂ ਕੋਈ ਵੀ ਐਫੀਡੇਵਿਟ ਨਹੀਂ ਲਿਆ ਵੀ ਤੁਸੀਂ ਜਿਹੜੀ ਵੋਟ ਹੈ ਵੀ ਇਸ ਵਾਰ ਚ ਕਾਸਟ ਕਰਨੀ ਹੈ ਜਾਂ ਕਿਸੇ ਹੋਰ ਵਾਰਾਂ ਚ ਕਾਸਟ ਕਰਨੀ ਹੈ। ਇਸ ਕਰਕੇ ਜਿਹੜੀ ਹੈ ਇਹਦੇ ਵਿੱਚ ਮੇਜਰ ਜਿਹੜੀਆਂ ਉਲੰਘਣਾ ਕੀਤੀਆਂ ਗਈਆਂ ਨੇ ਉਹਨਾਂ ਨੂੰ ਮੈਂ ਮੱਦੇਨਜ਼ਰ ਰੱਖਦੇ ਹੋਏ ਮੈਂ ਇੱਕ ਦਰਖਾਸਤ, ਇੱਕ ਇਲੈਕਸ਼ਨ ਪਟੀਸ਼ਨ ਮਾਣਯੋਗ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਵਿੱਚ ਦਾਇਰ ਕੀਤੀ ਹੈ। ਉਹਦੇ ਵਿੱਚ ਮੈਂ ਆਰਓ ਨੂੰ, ਚੇਅਰਮੈਨ ਨੂੰ, ਆਬਜ਼ਰਵਰ ਨੂੰ ਤੇ ਜਿਹੜੇ ਕੈਂਡੀਡੇਟਸ ਨੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਮੈਂ ਉਹਨਾਂ ਨੂੰ ਪਾਰਟੀ ਬਣਾਇਆ ਤੇ ਮਾਣਯੋਗ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਨੇ ਮੇਰੀ ਜਿਹੜੀ ਪਟੀਸ਼ਨ ਹੈ ਉਹਨੂੰ ਅਸੈਪਟ ਕੀਤਾ ਔਰ ਅਸੈਪਟ ਕਰਕੇ ਇਹਨਾਂ ਰਿਸਪੋਂਡੈਂਟ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਰਿਪੋਰਟ ਜਿਹੜਾ ਰਿਕਾਰਡ ਹੈਗਾ ਵਾ ਇਹਦਾ ਇਲੈਕਸ਼ਨ ਦਾ ਉਹ ਕਾਲ ਕਰ ਲਿਆ, ਜਿਸ ਦੀ ਅਗਲੀ ਤਰੀਕ 2/12/2020 ਹੈਗੀ ਹੈ ਔਰ ਜਲਦ ਹੀ ਜਲਦ ਇਹਦੇ ਜਿਹੜੀ ਇਲੈਕਸ਼ਨ ਕਮੇਟੀ ਬਣਾਈ ਗਈ ਸੀ ਇਹਨਾਂ ਵੱਲੋਂ ਕੀਤੇ ਹੋਏ ਜੋ ਵੀ ਧਾਂਦਲੀਆਂ ਜੋ ਵੀ ਅੰਦਰ ਇਹਨਾਂ ਨੇ ਕੀਤੀਆਂ, ਆਪਣੀ ਮਨਮਰਜ਼ੀਆਂ ਕੀਤੀਆਂ, ਆਰਬਿਟਰੇਰੀ ਤਰੀਕੇ ਨਾਲ ਇਹਨਾਂ ਨੇ ਜਿਹੜੀ ਇਲੈਕਸ਼ਨ ਕਰਾਈ ਹੈ ਉਹਦਾ ਪਰਦਾਫਾਸ਼ ਹੋ ਸਕੂਗਾ। ਜਲਦ ਤੋਂ ਜਲਦ ਇਹ ਜਿਹੜੀ ਇਲੈਕਸ਼ਨ ਪਟੀਸ਼ਨ ਸਾਡੀ ਜਿਹੜੀ ਹੈ ਮਾਣਯੋਗ ਬਾਰ ਕੌਂਸਲ ਨੂੰ ਅਸੈਪਟ ਕਰੂਗੀ ਕਿਉਂਕਿ ਇਹਨਾਂ ਦੀਆਂ ਕੀਤੀਆਂ ਹੋਈਆਂ ਧਾਂਦਲੀਆਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਆ ਜਾਣਗੀਆਂ ਉਹਨਾਂ ਦੇ। ਤੇ ਮੈਂ ਇਸ ਪਟੀਸ਼ਨ ਦੇ ਰਾਹੀਂ ਜਿਹੜੀ ਇਹਨਾਂ ਨੇ ਕੀਰਾਈ ਹੋਈ ਇਲੈਕਸ਼ਨ ਆ ਉਹਨੂੰ ਖਾਰਜ ਕਰਨ ਦੀ ਮੈਂ ਮਾਣਯੋਗ ਬਾਰ ਕੌਂਸਲ ਦੇ ਕੋਲੇ ਹਮਾਇਤ ਕੀਤੀ ਹੈ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਇਸ ਨੂੰ ਦੁਬਾਰਾ ਐਡਮਿਨਿਸਟ੍ਰੇਸ਼ਨ ਦੀ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਜ਼ਰੀਏ ਦੇ ਤਰੀਕੇ ਦੇ ਵਿੱਚ ਉਹਨਾਂ ਦੀ ਸਹਾਇਤਾ ਦੇ ਨਾਲ ਇਲੈਕਸ਼ਨ ਦੁਬਾਰਾ ਕਰਾਈ ਜਾਵੇ ਤਾਂ ਕਿ ਜਿਹੜੇ ਚੰਗੇ ਕੈਂਡੀਡੇਟਸ ਹੈਗੇ ਆ ਜਾਂ ਚੰਗੇ ਇਮਾਨਦਾਰੀ ਨਾਲ ਜਿਹੜੀ ਇਲੈਕਸ਼ਨ ਹੋ ਸਕੇ, ਚੰਗੇ ਕੈਂਡੀਡੇਟਸ ਨੂੰ ਇਹ ਮੌਕਾ ਮਿਲ ਸਕੇ। ਸਰ ਜਿੱਦਾਂ ਦੇਖਿਆ ਜਾਵੇ ਅੱਗੇ ਵੀ ਚੋਣਾਂ ਹੋਈਆਂ, ਚੇਅਰਮੈਨੀ ਦਾ ਪਦ ਅੱਗੇ ਰੱਖਿਆ ਜਾਂਦਾ ਸੀ। ਇਹ ਗੱਲ ਪਹਿਲੀ ਵਾਰੀ ਇਤਿਹਾਸ ਵਿੱਚ ਦੇਖੀ ਗਈ ਹੈ ਵੀ ਇੱਕ ਇਲੈਕਸ਼ਨ ਕਮੇਟੀ ਦਾ ਹੈੱਡ ਜਿਹੜਾ ਹੈਗਾ ਚੇਅਰਮੈਨ ਬਣਾਇਆ ਗਿਆ। ਇਹਦਾ ਨਾ ਤਾਂ ਸਾਡੇ ਕਿਤੇ ਕਨਸਟੀਟਿਊਸ਼ਨ ਦੇ ਵਿੱਚ ਤੇ ਨਾ ਹੀ ਕਿਸੇ ਬਾਰ ਕੌਂਸਲ ਦੇ ਕਨਸਟੀਟਿਊਸ਼ਨ ਦੇ ਵਿੱਚ ਇਹਦੀ ਕੋਈ ਪ੍ਰੋਵੀਜ਼ਨ ਹੈਗੀ ਹੈ। ਇਹ ਜਿਹੜਾ ਚੇਅਰਮੈਨ ਲਗਾਇਆ ਹੋਇਆ ਵਾ ਅਨਸੰਵਿਧਾਨਿਕ ਲਾਇਆ ਗਿਆ ਵਾ, ਆਰਬਿਟਰੇਟਰੀ ਲਾਇਆ ਗਿਆ ਔਰ ਕਿਸੇ ਦੇ ਕਹਿਣ ਦੇ ਮੁਤਾਬਕ ਲਗਾਇਆ ਗਿਆ ਜਿਨ੍ਹਾਂ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਆਪਣਾ ਫਾਇਦਾ ਲੈਣਾ ਸੀ ਔਰ ਆਪਣੇ ਨੁਮਾਇੰਦਿਆਂ ਨੂੰ ਬਣਾਉਣਾ ਸੀ। ਠੀਕ ਹੈ।